ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਜੁਗੋ ਜੁਗ ਅਟਲ ਚਵਰ ਛਤਰ ਤਖਤ ਦੇ ਮਾਲਕ, ਲੋਕ ਪਰਲੋਕ ਸਹਾਇਕ ਕੁਲ ਆਲਮ, ਦੋ ਜਹਾਨ ਵਾਲੀਏ। ਕਲਯੁਗੀ ਜੀਵਾਂ ਨੂੰ ਤਾਰਨ ਵਾਲੀ, ਧਰਤੀ ਨੂੰ ਧੀਰਜ ਬਖਸ਼ਣ ਵਾਲੀ, ਨਾਮ ਬਾਣੀ ਦੇ ਬੋਹਿਥ, ਗੁਰਤਾ ਗੱਦੀ ਤੇ ਬਿਰਾਜਮਾਨ। ਸ਼ਬਦ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਅੱਜ ਮੁੱਖ ਪਾਵਨ ਵਾਕ ਟੋਡੀ ਰਾਗ ਦੇ ਅੰਦਰ ਸ਼ਹੀਦਾਂ ਦੇ ਸਰਤਾਜ ਧੰਨ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਮੁਖਾਰ ਬਿੰਦ ਤੋਂ ਉਚਾਰਨ ਕੀਤੇ ਹੋਏ ਸ਼ਬਦ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਪਾਵਨ ਪਵਿੱਤਰ ਅੰਗ 717 ਤੇ ਸੁਭਾਇਮਾਨ ਹਨ। ਗੁਰੂ ਰੂਪ ਖਾਲਸਾ ਸਾਧ ਸੰਗਤ ਜੀਓ, ਦਰਬਾਰ ਸਾਹਿਬ ਸ੍ਰੀ ਹਰਿਮੰਦਰ ਸਾਹਿਬ ਜੀ ਅੰਮ੍ਰਿਤਸਰ ਸਾਹਿਬ ਤੋਂ ਆਏ ਮੁੱਖ ਪਾਵਨ ਵਾਕ ਅੱਜ ਸਾਨੂੰ ਗੁਰੂ ਅਰਜਨ ਦੇਵ ਮਹਾਰਾਜ ਕੀ ਬਖਸ਼ਿਸ਼ ਕਰਦੇ ਨੇ। ਵਿਚਾਰਾ ਆਰੰਭ ਕਰਨ ਤੋਂ ਪਹਿਲਾਂ ਆਓ ਗੁਰੂ ਚਰਨਾਂ ਦੇ ਵਿੱਚ ਹਾਜ਼ਰੀਆਂ ਲਵਾਈਏ ਤੇ ਪਿਆਰ ਸਹਿਤ ਆਖੀਏ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਗੁਰੂ ਰੂਪ ਖਾਲਸਾ ਸਾਧ ਸੰਗਤ ਜੀਓ, ਆਓ ਮਨ ਬਿਰਤੀਆਂ ਨੂੰ ਇਕਾਗਰ ਕਰੀਏ ਤੇ ਆਏ ਹੋਏ ਮੁਖ ਪਾਵਨ ਵਾਕ ਦੀ ਕਥਾ ਵਿਚਾਰ ਸ਼੍ਰਵਣ ਕਰੀਏ ਜੀ। ਸਤਨਾਮ ਵਾਹਿਗੁਰੂ ਸਾਹਿਬ ਜੀ। ਟੋਡੀ ਮਹਲਾ ਪੰਜਵਾ। ਸਾਧ ਸੰਗ ਹਰ ਹਰ ਨਾਮ ਚਿਤਾਰਾ। ਧੰਨ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਟੋਡੀ ਰਾਗ ਦੇ ਅੰਦਰ ਮੁੱਖ ਪਾਵਨ ਵਾਕ ਦੇ ਰਾਹੀਂ ਬਖਸ਼ਿਸ਼ ਕਰਦੇ ਨੇ। ਸਾਧ ਸੰਗ ਹਰ ਹਰ ਨਾਮ ਚਿਤਾਰਾ। ਜਿਹੜਾ ਮਨੁੱਖ ਗੁਰੂ ਦੀ ਸੰਗਤ ਵਿੱਚ ਟਿਕ ਕੇ ਪਰਮਾਤਮਾ ਦਾ ਨਾਮ ਸਿਮਰਦਾ ਰਹਿੰਦਾ ਹੈ, ਸਹਿਜ ਆਨੰਦ ਹੋਵੈ ਦਿਨ ਰਾਤੀ, ਅੰਕੁਰ ਭਲੋ ਹਮਾਰਾ ਰਹਾਉ। ਇਹ ਮੁੱਖ ਪਾਵਨ ਪੰਕਤੀਆਂ ਰਹਾਉ ਵਾਲੇ ਬੰਦ ਦੇ ਵਿੱਚ ਹਨ, ਜਿਸ ਦੇ ਵਿੱਚ ਮਹਾਰਾਜ ਬਖਸ਼ਿਸ਼ ਕਰਦੇ ਨੇ ਕਿ ਜਿਹੜਾ ਜੀਵ ਗੁਰੂ ਦੀ ਸੰਗਤ ਵਿੱਚ ਟੇਕ ਕੇ ਸਾਧ ਸੰਗਤ ਭਾਵ ਗੁਰੂ ਦੀ ਸੰਗਤ ਵਿੱਚ ਰਹਿ ਕੇ ਪ੍ਰਮਾਤਮਾ ਦਾ ਸਿਮਰਨ ਕਰਦਾ ਹੈ, ਸਹਿਜ ਆਨੰਦ ਹੋਵੈ ਦਿਨ ਰਾਤੀ, ਅੰਕੁਰ ਭਲੋ ਹਮਾਰਾ। ਅੰਕੁਰ ਕਹਿੰਦੇ ਨੇ ਪਿਛਲੇ ਜਨਮਾਂ ਦੇ ਕੀਤੇ ਹੋਏ ਕਰਮਾਂ ਦੇ ਫਲ ਨੂੰ। ਕਹਿੰਦੇ ਉਸ ਦੇ ਅੰਦਰ ਆਤਮਿਕ ਅਡੋਲਤਾ ਪੈਦਾ ਹੋ ਜਾਂਦੀ ਹੈ। ਜਿਹੜਾ ਜੀਵ ਸਾਧ ਸੰਗਤ ਦੇ ਵਿੱਚ ਟਿਕ ਕੇ, ਸਾਧ ਸੰਗਤ ਦੇ ਵਿੱਚ ਜੁੜ ਕੇ ਪ੍ਰਮਾਤਮਾ ਦਾ ਸਿਮਰਨ ਕਰਦਾ ਹੈ, ਉਸ ਦੇ ਅੰਦਰ ਆਤਮਿਕ ਅਡੋਲਤਾ ਸਹਿਜੇ ਹੀ ਪੈਦਾ ਹੋ ਜਾਂਦੀ ਹੈ ਤੇ ਉਸ ਆਤਮਿਕ ਅਡੋਲਤਾ ਦੇ ਕਾਰਨ ਉਸ ਜੀਵ ਦੇ ਅੰਦਰ ਸਹਿਜ ਆਨੰਦ ਹੋਵੈ ਦਿਨ ਰਾਤੀ। ਸਹਿਜ ਕਹਿੰਦੇ ਨੇ ਆਤਮਿਕ ਅਡੋਲਤਾ ਨੂੰ।
ਆਨੰਦ ਹੋਵੈ ਦਿਨ ਰਾਤੀ। ਤੇ ਫਿਰ ਕਹਿੰਦੇ ਆ ਸਹਿਜ ਅਡੋਲਤਾ ਦੇ ਕਾਰਨ ਨਾਮ ਸਿਮਰਨ ਵਾਲੇ ਜੀਵ ਦੇ ਅੰਦਰ ਦਿਨ ਰਾਤ ਭਾਵ ਹਰ ਵੇਲੇ ਅੱਠੇ ਪਹਿਰ ਆਨੰਦ ਹੀ ਆਨੰਦ ਬਣਿਆ ਰਹਿੰਦਾ ਹੈ। ਅੰਕੁਰ ਭਲੋ ਹਮਾਰਾ। ਤੇ ਸਾਧ ਸੰਗਤ ਦੀ ਬਰਕਤ ਦੇ ਨਾਲ ਅਸਾਂ ਜੀਵਾਂ ਦੇ ਪਿਛਲੇ ਕੀਤੇ ਹੋਏ ਕਰਮਾਂ ਦਾ ਭਲਾ ਅੰਗੂਰ ਫੁੱਟ ਪੈਂਦਾ ਹੈ। ਜੋ ਅਸੀਂ ਪਿਛਲੇ ਜਨਮਾਂ ਦੇ ਵਿੱਚ ਕੋਈ ਚੰਗਾ ਕਰਮ ਕੀਤਾ ਹੁੰਦਾ ਹੈ, ਉਸ ਚੰਗੇ ਕਰਮਾਂ ਦੇ ਅਨੁਸਾਰ ਸਾਨੂੰ ਸਾਧ ਸੰਗਤ ਦੀ ਪ੍ਰਾਪਤੀ ਹੁੰਦੀ ਹੈ। ਤੇ ਸਾਧ ਸੰਗਤ ਦੀ ਪ੍ਰਾਪਤੀ ਦੇ ਨਾਲ ਸਾਡਾ ਜਿਹੜਾ ਮਨ ਆ, ਹਿਰਦਾ ਆ, ਇਹ ਪ੍ਰਮਾਤਮਾ ਦੇ ਨਾਮ ਬਾਣੀ ਦੇ ਵਿੱਚ ਜੁੜ ਜਾਂਦਾ ਹੈ। ਪ੍ਰਮਾਤਮਾ ਦੀ ਸਿਫਤ ਸਲਾਹ ਕਰਨ ਦੇ ਨਾਲ ਦਿਨ ਰਾਤ ਕਹਿੰਦੇ ਇਸ ਦੇ ਅੰਦਰ ਸਦਾ ਹੀ ਆਨੰਦ ਬਣਿਆ ਰਹਿੰਦਾ ਹੈ। ਮਨ ਕਿਤੇ ਵੀ ਨਹੀਂ ਭਟਕਦਾ, ਸਦਾ ਹੀ ਅਡੋਲ ਅਵਸਥਾ ਦੇ ਵਿੱਚ ਇਸ ਦਾ ਮਨ ਜਿਹੜਾ ਆ ਟਿਕਿਆ ਰਹਿੰਦਾ ਹੈ, ਜਿਸ ਦੇ ਕਾਰਨ ਕਹਿੰਦੇ ਅੰਕੁਰ ਭਲੋ ਹਮਾਰਾ। ਅੰਕੁਰ ਕਹਿੰਦੇ ਨੇ ਅੰਗੂਰ ਫੁੱਟਣਾ। ਪਿਛਲੇ ਜਨਮਾਂ ਦੀ ਕੀਤੀ ਹੋਈ ਘਾਲ ਕਮਾਈ ਦੇ ਸਦਕਾ ਸਾਧ ਸੰਗਤ ਦੀ ਬਰਕਤ ਦੇ ਨਾਲ ਚੰਗਾ ਜਿਹੜਾ ਫਲ ਆ ਉਹ ਫੁੱਟ ਪੈਂਦਾ ਹੈ। ਪਿਛਲੇ ਕੀਤੇ ਕਰਮਾਂ ਦਾ ਭਲਾ ਅੰਗੂਰ, ਚੰਗਾ ਫਲ ਜਿਹੜਾ ਆ ਉਹ ਪੈਦਾ ਹੋ ਜਾਂਦਾ ਹੈ। ਗੁਰ ਪੂਰਾ ਭੇਟਿਓ ਬੜ ਭਾਗੀ, ਜਾ ਕੋ ਅੰਤ ਨ ਪਾਰਾਵਾਰਾ। ਬੜ ਭਾਗੀ ਕਹਿੰਦੇ ਨੇ ਵੱਡੇ ਭਾਗਾਂ ਵਾਲਾ, ਚੰਗੀ ਕਿਸਮਤ ਦੇ ਨਾਲ। ਪਾਰਾਵਾਰਾ ਉਰਲਾ ਤੇ ਪਾਰਲਾ ਬੰਨਾ। ਕਹਿੰਦੇ ਗੁਰ ਪੂਰਾ ਭੇਟਿਓ ਬੜ ਭਾਗੀ, ਜਿਸ ਪ੍ਰਮਾਤਮਾ ਦੇ ਗੁਣਾਂ ਦਾ ਅੰਤ ਨਹੀਂ ਪਾਇਆ ਜਾ ਸਕਦਾ। ਜਾ ਕੋ ਅੰਤ ਨ ਪਾਰਾਵਾਰਾ, ਜਿਸ ਪ੍ਰਮਾਤਮਾ ਦੇ ਗੁਣਾਂ ਦਾ ਅੰਤ ਨਹੀਂ ਪਾਇਆ ਜਾ ਸਕਦਾ, ਜਿਸ ਦੀ ਹਸਤੀ ਦਾ ਉਰਲਾ ਤੇ ਪਾਰਲਾ ਬੰਨਾ ਨਹੀਂ ਲੱਭ ਸਕਦਾ। ਕਰ ਗਹਿ ਕਾਢ ਲਿਓ ਜਨ ਆਪਣਾ, ਵੇਖ ਸਾਗਰ ਸੰਸਾਰਾ। ਕਰ ਕਹਿੰਦੇ ਨੇ ਹੱਥਾਂ ਨੂੰ, ਗਹਿ ਕਹਿੰਦੇ ਨੇ ਫੜਨਾ, ਵੇਖ ਸਾਗਰ ਸੰਸਾਰਾ ਭਾਵ ਵੇਖ ਕਹਿੰਦੇ ਨੇ ਜ਼ਹਿਰ, ਮਾਇਆ ਦੇ ਪਦਾਰਥਾਂ ਰੂਪੀ ਜ਼ਹਿਰ। ਕਹਿੰਦੇ ਕਰ ਗਹਿ ਕਾਢ ਲਿਓ ਜਨ ਆਪਣਾ, ਬਿਕ ਸਾਗਰ ਸੰਸਾਰਾ। ਉਹ ਪ੍ਰਮਾਤਮਾ ਆਪਣੇ ਸੇਵਕ ਨੂੰ ਉਸ ਦਾ ਹੱਥ ਫੜ ਕੇ, ਕਰ ਹੱਥ ਗਹਿ ਹੁੰਦਾ ਫੜਨਾ, ਆਪਣੇ ਸੇਵਕ ਨੂੰ ਉਸ ਦਾ ਹੱਥ ਫੜ ਕੇ ਜ਼ਹਿਰ ਵਾਲੇ ਸੰਸਾਰ ਸਮੁੰਦਰ ਦੇ ਵਿੱਚੋਂ ਬਾਹਰ ਕੱਢ ਲੈਂਦਾ ਹੈ। ਭਾਵ ਜਿਹੜਾ ਪ੍ਰਮਾਤਮਾ ਦੇ ਸਿਮਰਨ ਨੂੰ ਸਿਮਰਦਾ ਹੈ, ਪ੍ਰਮਾਤਮਾ ਦੀ ਯਾਦ ਵਿੱਚ ਜਿਹੜੇ ਜੀਵ ਜੁੜਦੇ ਹਨ, ਪ੍ਰਮਾਤਮਾ ਆਪਣਾ ਬਿਰਦ ਸਮਝਦਾ ਹੋਇਆ ਉਹਨਾਂ ਸੇਵਕਾਂ ਦਾ ਹੱਥ ਫੜ ਕੇ ਇਸ ਮੋਹ ਰੂਪੀ ਸੰਸਾਰ ਰੂਪੀ ਜ਼ਹਿਰ ਦੇ ਸੰਸਾਰ ਰੂਪੀ ਸਾਗਰ ਦੇ ਵਿੱਚੋਂ ਉਹਨਾਂ ਨੂੰ ਬਾਹਰ ਕੱਢ ਲੈਂਦਾ ਹੈ। ਜਿਸ ਸੇਵਕ ਨੂੰ ਵੱਡੀ ਕਿਸਮਤ ਦੇ ਨਾਲ ਪੂਰਾ ਗੁਰੂ ਮਿਲ ਪੈਂਦਾ ਹੈ, ਉਸ ਗੁਰੂ ਦੀ ਦੱਸੀ ਹੋਈ ਘਾਲ ਕਮਾਈ ਨੂੰ ਕਮਾਉਣ ਦੇ ਸਦਕਾ ਪ੍ਰਮਾਤਮਾ ਆਪ ਸਹਾਈ ਹੋ ਕੇ ਸੰਸਾਰ ਰੂਪੀ ਸਾਗਰ ਤੋਂ ਉਸ ਸੇਵਕ ਨੂੰ, ਜੀਵ ਨੂੰ ਹੱਥ ਫੜ ਕੇ ਬਾਹਰ ਕੱਢ ਲੈਂਦਾ ਹੈ। ਜਨਮ ਮਰਨ ਕਾਟੇ ਗੁਰ ਬਚਨੀ,
ਬਹੁੜ ਨਾ ਸੰਕਟ ਦੁਆਰਾ। ਸੰਕਟ ਦੁਆਰਾ ਕਹਿੰਦੇ ਨੇ ਦੁੱਖਾਂ ਦਾ ਦਰਵਾਜ਼ਾ। ਜਨਮ ਮਰਨ ਕਾਟੇ ਗੁਰ ਬਚਨੀ, ਬਹੁੜ ਨਾ ਸੰਕਟ ਦੁਆਰਾ। ਬਹੁੜ ਕਹਿੰਦੇ ਨੇ ਮੁੜ ਮੁੜ ਕੇ, ਵਾਰ ਵਾਰ ਗੁਰੂ ਦੇ ਬਚਨਾਂ ਉੱਤੇ ਤੁਰਿਆਂ ਜਨਮ ਮਰਨ ਵਿੱਚ ਪਾਉਣ ਵਾਲੀਆਂ ਫਾਹੀਆਂ ਕੱਟੀਆਂ ਜਾਂਦੀਆਂ ਹਨ। ਜਿਹੜੇ ਜੀਵ ਗੁਰੂ ਦੇ ਬਚਨਾਂ 'ਤੇ ਤੁਰਦੇ ਹਨ, ਗੁਰੂ ਦੇ ਬਚਨਾਂ ਨੂੰ ਮੰਨਦੇ ਹਨ, ਕਮਾਉਂਦੇ ਹਨ, ਉਹਨਾਂ ਜੀਵਾਂ ਦਾ ਜਨਮ ਮਰਨ ਦਾ ਚੱਕਰ ਜਿਹੜਾ ਆ ਕੱਟਿਆ ਜਾਂਦਾ ਹੈ ਅਤੇ ਕਸ਼ਟਾਂ ਭਰੇ 84 ਦੇ ਗੇੜ ਦਾ ਦਰਵਾਜ਼ਾ ਉਹਨਾਂ ਵਾਸਤੇ ਮੁੜ ਨਹੀਂ ਵੇਖਣਾ ਪੈਂਦਾ। ਜਿਹੜੇ ਪ੍ਰਮਾਤਮਾ ਦੇ ਕਹੇ ਹੋਏ ਹੁਕਮ ਨੂੰ ਮੰਨਦੇ ਹਨ, ਦੱਸੀ ਹੋਈ ਕਾਲ ਕਮਾਈ ਨੂੰ ਕਰਦੇ ਹਨ, ਕਮਾਉਂਦੇ ਹਨ, ਫਿਰ ਉਹਨਾਂ ਦਾ ਜਨਮ ਮਰਨ ਦਾ ਚੱਕਰ ਜਿਹੜਾ ਆ ਕੱਟਿਆ ਜਾਂਦਾ ਹੈ ਅਤੇ 84 ਵਾਲੇ ਚੱਕਰ ਦੇ ਵਿੱਚ, ਗੇੜ ਦੇ ਵਿੱਚ ਫਿਰ ਉਹਨਾਂ ਦਾ ਆਉਣਾ ਜਾਣਾ ਜਿਹੜਾ ਆ ਖਤਮ ਹੋ ਜਾਂਦਾ ਹੈ। ਨਾਨਕ ਸਰਨ ਗਹੀ ਸੁਆਮੀ ਕੀ, ਪੁਨਹ ਪੁਨਹ ਨਮਸਕਾਰਾ। ਪੁਨਹ ਪੁਨਹ ਕਹਿੰਦੇ ਨੇ ਮੁੜ ਮੁੜ ਕੇ, ਵਾਰ ਵਾਰ ਕਹਿੰਦੇ, ਹੇ ਨਾਨਕ, ਗੁਰੂ ਦੀ ਸੰਗਤ ਦੀ ਬਰਕਤ ਦੇ ਨਾਲ ਮੈਂ ਵੀ ਮਾਲਕ ਪ੍ਰਭੂ ਦਾ ਆਸਰਾ ਲਿਆ ਹੈ। ਸਰਨ ਗਹੀ ਸੁਆਮੀ ਕੀ, ਸਰਨ ਕਹਿੰਦੇ ਨੇ ਗੁਰੂ ਦੀ ਸ਼ਰਨ ਪੈਣਾ, ਗੁਰੂ ਦਾ ਓਟ ਆਸਰਾ ਲੈਣਾ। ਗਹੀ ਕਹਿੰਦੇ ਨੇ ਫੜਨ ਨੂੰ, ਪੱਲਾ ਫੜਨਾ, ਗੁਰੂ ਦੀ ਸ਼ਰਨ ਪੈਣਾ। ਕਹਿੰਦੇ ਗੁਰੂ ਦੀ ਸੰਗਤ ਦੀ ਬਰਕਤ ਦੇ ਨਾਲ ਮੈਂ ਵੀ ਮਾਲਕ ਪ੍ਰਭੂ ਦਾ ਓਟ ਆਸਰਾ ਲਿਆ ਹੈ। ਮੈਂ ਉਸ ਦੇ ਦਰ 'ਤੇ ਮੁੜ ਮੁੜ ਸਿਰ ਨੂੰ ਨਿਵਾਉਂਦਾ ਹਾਂ। ਸੋ ਗੁਰੂ ਪਿਆਰੀ ਸਾਧ ਸੰਗਤ ਜੀਓ, ਅੱਜ ਦੇ ਆਏ ਹੋਏ ਮੁੱਖ ਪਾਵਨ ਵਾਕ ਦੀ ਇੱਥੋਂ ਤੱਕ ਕਥਾ ਵਿਚਾਰ ਕਰਦੇ ਹਾਂ। ਅਨੇਕ ਪ੍ਰਕਾਰ ਦੀਆਂ ਬੇਅੰਤ ਗਲਤੀਆਂ ਹੋਣੀਆਂ ਸੁਭਾਵਿਕ ਹਨ। ਸੋ ਹੋਈਆਂ ਗਲਤੀਆਂ ਦੇ ਲਈ ਖਿਮਾ ਬਖਸ਼ਣੀ ਅਤੇ ਗੁਰੂ ਚਰਨਾਂ ਵਿੱਚ ਅਰਦਾਸ ਕਰਨੀ ਕਿ ਅੱਗੇ ਤੋਂ ਸ਼ੁੱਧ ਸਪਸ਼ਟ ਤਰੀਕੇ ਦੇ ਨਾਲ ਕਥਾ ਵਿਚਾਰ ਕਰਨ ਦੀ ਸੋਚੀ ਸਮਝ ਆ ਜਾਵੇ ਅਤੇ ਗੁਰੂ ਦੇ ਦੱਸੇ ਹੋਏ ਉਪਦੇਸ਼ਾਂ ਨੂੰ ਹਿਰਦਿਆਂ ਵਿੱਚ ਟਿਕਾ ਸਕੀਏ, ਵਸਾ ਸਕੀਏ। ਤਦ ਹੀ ਸਾਡਾ ਸੰਸਾਰ ਵਿੱਚ ਆਉਣ ਦਾ ਮਨੋਰਥ ਪੂਰਾ ਹੋ ਸਕਦਾ ਹੈ। ਗੁਰੂ ਮਹਾਰਾਜ ਨੇ ਅੱਜ ਸਾਨੂੰ ਸੰਗਤ ਦੀ ਮਹਿਮਾ ਬਾਰੇ ਸੋਝੀ ਬਖਸ਼ੀ ਹੈ ਕਿ ਸੰਗਤ ਦਾ ਕਿੰਨਾ ਕੁ ਵੱਡਾ ਫਲ ਹੈ, ਸੰਗਤ ਕਰਨੀ ਕਿੰਨੀ ਲਾਹੇਵੰਦ ਹੈ, ਜਿਸ ਦੇ ਨਾਲ ਸਾਡੇ ਜਨਮਾਂ ਜਨਮਾਂ ਦੀ ਫਾਹੀ ਕੱਟੀ ਜਾ ਸਕਦੀ ਹੈ। ਗੁਰੂ ਪਿਆਰੀ ਸਾਧ ਸੰਗਤ ਜੀਓ, ਸੰਗਤ ਕਰਨਾ ਵੀ ਜ਼ਰੂਰੀ ਹੈ ਅਤੇ ਸੰਗਤ ਵਿੱਚ ਮਿਲ ਬੈਠ ਕੇ ਸਿਮਰਨ ਕਰਨਾ ਵੀ ਜ਼ਰੂਰੀ ਹੈ। ਸੋ ਗੁਰੂ ਮਹਾਰਾਜ ਦੇ ਦੱਸੇ ਹੋਏ ਉਪਦੇਸ਼ਾਂ ਨੂੰ ਹਿਰਦੇ ਵਿੱਚ ਵਸਾ ਕੇ ਕਾਲ ਕਮਾਈ ਕਰੀਏ। ਸੋ ਗੁਰੂ ਪਿਆਰ ਅੰਦਰ ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।